ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਟੋਡੀ ਵਿੱਚ 715 ਅੰਗ ਤੇ ਮਹਾਰਾਜ ਜੀ ਦੀ ਕਥਾ ਪਹੁੰਚੀ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ, ਸਰਵਣ ਕਰੀਏ ਜੀ। ਟੋਡੀ ਮਹੱਲਾ ਪੰਜਵਾਂ, ਘਰ ਚੌਥਾ, ਦੋਪਦੇ। ਏਕ ਓੰਕਾਰ ਸਤਿਗੁਰ ਪ੍ਰਸਾਦ। ਗੁਰਬਾਣੀ ਦੀ ਵਿਚਾਰ ਬ੍ਰਹਮ ਵਿਚਾਰ ਹੈ ਭਾਈ। ਗੁਰਬਾਣੀ ਨੂੰ ਵਿਚਾਰਨ ਵੇਲੇ ਸਾਡੇ ਅੰਦਰ ਇਹੀ ਵਿਰਤੀ ਹੋਵੇ ਵੀ ਇਹ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਵਿਚਾਰ। ਦੁਨੀਆ ਆਖੇ ਭਾਵੇਂ ਗੀਤ ਹੈ, ਪਰ ਸਾਹਿਬ ਕਹਿੰਦੇ ਗੀਤ ਨਹੀਂ, ਇਹ ਤਾਂ ਬ੍ਰਹਮ ਵਿਚਾਰ ਹੈ, ਜਿੱਥੇ ਨਿਰੋਲ ਬ੍ਰਹਮ ਦੀ ਵਿਚਾਰ ਹੁੰਦੀ। ਟੋਡੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸ਼ਬਦ ਉਚਾਰਦੇ ਹਨ। ਘਰ ਚੌਥੇ ਵਿੱਚ ਇਸ ਪਾਵਨ ਸ਼ਬਦ ਨੂੰ ਗਾਉਣਾ। ਦੋ ਪਦਿਆਂ ਵਾਲੇ ਸ਼ਬਦ ਨੇ ਅੱਗੇ ਜਿਹੜੇ ਆਉਣੇ ਆ। ਮੰਗਲਾਚਰਨ ਕੀਤਾ ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ। ਤ੍ਰਈ ਕਾਲ ਸਤ ਹੈ, ਗੁਰ ਦਾ ਮਤਲਬ ਹੈ ਚੇਤਨ ਹੈ, ਸੁਣਦਾ ਵੀ ਹੈ, ਵੇਖਦਾ ਵੀ ਹੈ, ਬੋਲਦਾ ਵੀ ਹੈ। ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤੇ ਇਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ। ਰੂੜੋ ਮਨ ਹਰ ਰੰਗੋ ਲੋੜਾ। ਰੂੜੋ ਮਨ, ਆਹਾ ਰੂੜੋ ਮਨ ਕਹਿੰਦੇ ਜਿਹੜਾ ਸੋਹਣਾ ਮਨ ਹੈ ਨਾ, ਰੂੜੋ ਦਾ ਮਤਲਬ ਹੁੰਦਾ ਸੁੰਦਰ, ਸੁੰਦਰ ਮਨ। ਵੀ ਕਿਹੜਾ ਮਨ ਸੁੰਦਰ ਹੁੰਦਾ ਭਾਈ? ਕਦੇ ਮਨ ਵੀ ਸੋਹਣਾ ਹੁੰਦਾ, ਅਸੀਂ ਤਾਂ ਕੇਵਲ ਤਨ ਦੀ ਸੁੰਦਰਤਾ ਮੰਨੀ ਹੈ। ਗੁਰਦੇਵ ਕਹਿੰਦੇ ਨਹੀਂ ਗੁਰਮੁਖੋ, ਮਨ ਵੀ ਸੁੰਦਰ ਹੁੰਦਾ, ਪਰ ਕਿਹੜਾ ਮਨ ਸੁੰਦਰ ਹੁੰਦਾ? ਹਰ ਰੰਗੋ ਲੋੜਾ। ਆਖੋ ਸਤਿਨਾਮ ਸੇ। ਜਿਹੜਾ ਹਰੀ ਦੇ ਪ੍ਰੇਮ ਨੂੰ ਚਾਹੁੰਦਾ, ਲੋੜਾ ਦਾ ਮਤਲਬ ਹੁੰਦਾ ਚਾਹੁੰਦਾ, ਜਿਹਦੇ ਅੰਦਰ ਚਾਹਨਾ ਹੈ ਕਿ ਮੈਨੂੰ ਪਰਮੇਸ਼ਰ ਦਾ ਪ੍ਰੇਮ ਪ੍ਰਾਪਤ ਹੋਵੇ, ਉਹ ਮਨ ਸੋਹਣਾ ਮਨ ਹੈ, ਸੁੰਦਰ ਮਨ ਹੈ। ਰੂੜੋ ਮਨ ਹਰ ਰੰਗੋ ਲੋੜ। ਜਿਹੜਾ ਹਰੀ ਦੇ ਪ੍ਰੇਮ ਨੂੰ ਚਾਹੁੰਦਾ ਹੈ ਉਹ ਮਨ ਸੁੰਦਰ ਮਨ ਹੈ। ਹੇ ਮੇਰੇ ਮਨ, ਤੂੰ ਸੁੰਦਰ ਹੈ, ਤੂੰ ਹਰੀ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਨੂੰ ਭਾਲਦਾ, ਪ੍ਰੇਮ ਨੂੰ ਚਾਹੁੰਦਾ ਹੈ। ਗਾਲੀ ਹਰ ਨਿਹੋ ਨਾ ਹੋਏ। ਪਰ ਹਾਂ ਸੱਜਣਾ, ਇੱਕ ਗੱਲ ਚੇਤੇ ਰੱਖੀ, ਗੱਲਾਂ ਨਾਲ ਰੱਬ ਨਾਲ ਨੇਹ ਨਹੀਂ ਪੈਂਦਾ। ਗਾਲੀ ਹਰ ਨਿਹੋ ਨਾ ਹੋਏ, ਗੱਲਾਂ ਨਾਲ ਹਰੀ ਨਾਲ ਨਿਹੋ ਨਹੀਂ ਪੈਂਦਾ। ਨਿਹੋ ਦਾ ਇੱਥੇ ਅਰਥ ਹੈ ਪ੍ਰੇਮ। ਜੇ ਕੋਈ ਆਖੇ ਵੀ ਗੱਲੀ ਬਾਤੀ ਰੱਬ ਨਾਲ ਪ੍ਰੇਮ ਪਾ ਲਵਾਂਗੇ, ਗੱਲਾਂ ਨਾਲ ਨਹੀਂ ਪ੍ਰੇਮ ਪੈਂਦਾ। ਦੁਨੀਆ ਦੇ ਲੋਕਾਂ ਨੂੰ ਤੁਸੀਂ ਗੱਲਾਂ ਕਰਕੇ, ਉਹ ਸੱਜਣਾ ਮੈਂ ਤੇਰੇ ਨਾਲ ਬੜਾ ਪ੍ਰੇਮ ਕਰਦਾ, ਤੇਰੇ ਨਾਲ ਪ੍ਰੇਮ ਹੈ, ਤੇਰੇ ਨਾਲ ਮੇਰੀ ਪ੍ਰੀਤ ਹੈ, ਬੜੀਆਂ ਬੜੀਆਂ ਗੱਲਾਂ ਬਣਾਉਂਦੇ ਆ ਲੋਕ, ਪਰ ਅੰਦਰ ਛੁਰੀਆਂ ਚੱਲਦੀਆਂ ਹੁੰਦੀਆਂ। ਲੋਕਾਂ ਨੂੰ ਤਾਂ ਤੂੰ ਗੁੰਮਰਾਹ ਕਰ ਲਏਗਾ ਗੱਲਾਂ ਕਰਕੇ ਪ੍ਰੇਮ ਦੀਆਂ, ਪਰ ਰੱਬ ਦੇ ਨਾਲ ਜੇ ਕਹੇ ਵੀ ਪਰਮੇਸ਼ਰ ਨਾਲ ਵੀ ਇਹ ਛਲ ਚੱਲ ਜਾਣਾ, ਉੱਥੇ ਨਹੀਂ ਚੱਲਣਾ। ਉੱਥੇ ਗੱਲਾਂ ਨਾਲ ਪ੍ਰੇਮ ਨਹੀਂ ਹੋਣਾ, ਉੱਥੇ ਤਾਂ ਹਿਰਦੇ ਚੋਂ ਤਰੰਗ ਪੈਦਾ ਕਰਨੀ ਪੈਣੀ ਹੈ ਪ੍ਰੇਮ ਦੀ। ਪੁੱਛਿਆ ਮਹਾਰਾਜ, ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀਆਂ ਤਰੰਗਾਂ ਕਿਵੇਂ ਪੈਦਾ ਹੁੰਦੀਆਂ? ਸਾਡੇ ਹਿਰਦੇ 'ਚ ਵਾਹਿਗੁਰੂ ਦਾ ਪ੍ਰੇਮ ਬਣ ਆਵੇ, ਉਹਦੇ ਲਈ ਕੀ ਕਰੀਏ? ਸਿੱਖਾਂ ਪੁੱਛਿਆ ਸਤਿਗੁਰਾਂ ਨੂੰ, ਮਹਾਰਾਜ ਸਾਡੇ ਹਿਰਦੇ 'ਚ ਵਾਹਿਗੁਰੂ ਦਾ ਪ੍ਰੇਮ ਪੈਦਾ ਹੋਵੇ, ਉਹਦੇ ਲਈ ਕੀ ਕਰੀਏ? ਕਹਿੰਦੇ ਵੀ ਵਾਹਿਗੁਰੂ ਦੀਆਂ ਬਾਤਾਂ ਸੁਣੋ, ਕਥਾ ਸੁਣੋ, ਕੀਰਤਨ ਸੁਣੋ। ਜਿਵੇਂ ਜਿਵੇਂ ਕਥਾ ਕੀਰਤਨ ਸੁਣੋਗੇ, ਤਿਵੇਂ ਤਿਵੇਂ ਵਾਹਿਗੁਰੂ ਦਾ ਪ੍ਰੇਮ ਉਪਜੇਗਾ ਹਿਰਦੇ 'ਚ, ਤਿਵੇਂ ਤਿਵੇਂ ਪ੍ਰੇਮ ਉਪਜੇਗਾ। ਇਸ ਕਰਕੇ ਕਹਿੰਦੇ ਭਾਈ ਕੇਵਲ ਗੱਲਾਂ ਬਾਤਾਂ ਨਾਲ ਨਹੀਂ ਗੱਲ ਬਣਨੀ। ਗੱਲਾਂ ਬਣੀਆਂ ਨੇ ਮੇਰੇ ਵਰਗਿਆਂ ਕੋਲ, ਗੱਲਾਂ ਦਾ ਖੱਟਿਆ ਕਮਾਇਆ ਖਾਂਦੇ ਨੇ ਲੋਕ, ਗੁਰੂ ਖਾਲਸਾ ਜੀ, ਪਰ ਗੱਲਾਂ ਨਾਲ ਗੱਲ ਨਹੀਂ ਬਣਨੀ ਜਦੋਂ ਤੱਕ ਕਰਨੀ ਨਹੀਂ ਹੈ।
ਕੇਵਲ ਕਥਨੀ ਮਾਤਰ ਸੇ ਭਰਮ ਨਹੀਂ ਜਾਣਾ, ਜਦੋਂ ਤੱਕ ਪ੍ਰੈਕਟੀਕਲੀ ਰੂਪ ਦੇ ਵਿੱਚ ਹਿਰਦੇ 'ਚ ਖੇਡ ਨਹੀਂ ਵਰਤਦੀ। ਰਹਾਉ ਹਉ ਟੂੜਿੰਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ। ਮੈਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਉਹਨੂੰ ਢੂੰਡਦੀ ਹਾਂ, ਲੱਭਦੀ ਹਾਂ, ਭਾਲਦੀ ਹਾਂ ਕਿ ਮੈਨੂੰ ਉਹਦੇ ਦਰਸ਼ਨ ਹੋ ਜਾਣ, ਤੇ ਉਹਦੀ ਭਾਲ ਕਰਦੀ ਹਾਂ। ਤੇ ਬੀਥੀ ਬੀਥੀ ਪੇਖਾਂ, ਬੀਥੀ ਦਾ ਅਰਥ ਹੈ ਗਲੀ। ਮੈਂ ਗਲੀ ਗਲੀ ਜਾ ਕੇ ਵੇਖਦੀਆਂ ਲੱਭਦੀਆਂ ਵੀ ਮੇਰਾ ਸੁਆਮੀ ਮੈਨੂੰ ਮਿਲੇ ਤੇ ਮੈਨੂੰ ਉਹਦੇ ਦਰਸ਼ਨ ਹੋਣ। ਪੁੱਛਿਆ ਵੀ ਗਲੀਆਂ 'ਚ ਫਿਰਨ ਦੇ ਨਾਲ ਰੱਬ ਮਿਲ ਜਾਂਦਾ? ਇੱਥੇ ਜਿਹੜੀਆਂ ਗਲੀਆਂ 'ਚ ਫਿਰਨ ਦੀ ਬਾਤ ਕਹੀ ਹੈ, ਇੱਥੇ ਬੀਥੀ ਦਾ ਅਰਥ ਮਹਾਂਪੁਰਸ਼ਾਂ ਨੇ ਕੀਤਾ ਵੀ ਮੈਂ ਦੁਨੀਆ ਦੇ ਬਹੁਤ ਸਾਰੇ ਧਰਮ ਸ਼ਾਸਤਰ ਗ੍ਰੰਥਾਂ ਨੂੰ ਵੇਖਿਆ ਪੜ੍ਹ ਕੇ ਵੀ ਮੇਰਾ ਮਾਲਕ ਮੈਨੂੰ ਮਿਲ ਜਾਏ। ਇੱਥੇ ਬੀਥੀ ਬੀਥੀ ਪੇਖਾਂ ਦਾ ਮਤਲਬ ਸ਼ਾਸਤਰ ਪੜ੍ਹੇ, ਧਰਮ ਗ੍ਰੰਥ ਵੇਖੇ। ਕਿਸ ਲਈ ਪੜ੍ਹੇ ਵੇਖੇ? ਕਿ ਮੈਨੂੰ ਹਰੀ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਉਹਦੇ ਦਰਸ਼ਨ ਕਾਰਨ ਮੈਂ ਇਹਨਾਂ ਸਾਰੇ ਧਰਮ ਸ਼ਾਸਤਰਾਂ ਨੂੰ ਵੇਖਿਆ। ਗੁਰ ਮਿਲ ਭਰਮ ਗਵਾਇਆ ਹੈ। ਪਰ ਕੇਵਲ ਉਹਨਾਂ ਸ਼ਾਸਤਰਾਂ ਨੂੰ ਪੜ੍ਹ ਕੇ ਮੇਰਾ ਭਰਮ ਨਹੀਂ ਗਿਆ। ਭਰਮ ਦੀ ਨਿਰਵਿਰਤੀ ਤਾਂ ਗੁਰੂ ਨਾਲ ਮਿਲ ਕੇ ਹੋਈ। ਗੁਰ ਮਿਲ ਭਰਮ ਗਵਾਇਆ ਹੈ। ਗੁਰੂ ਨਾਲ ਮਿਲ ਕੇ ਮੈਂ ਆਪਣੇ ਹਿਰਦੇ ਦੇ ਭਰਮ ਦੀ ਨਿਰਵਿਰਤੀ ਕੀਤੀ। ਗੁਰੂ ਤੋਂ ਬਿਨਾਂ ਨਹੀਂ ਭਰਮ ਦੂਰ ਹੁੰਦਾ। ਸਤਿਗੁਰੂ ਜੀ ਭਰਮ ਨਿਵਾਰਦੇ ਹਨ। ਇਸ ਕਰਕੇ ਭਾਈ ਗੁਰੂ ਦੀ ਸ਼ਰਨ ਵਿੱਚ ਆ ਕੇ ਭਰਮ ਨਿਰਵਿਰਤ ਹੁੰਦਾ ਹੈ। ਇਹ ਬੁੱਧ ਪਾਈ ਮੈਂ ਸਾਧੂ ਕਨਹੁ, ਲੇਖ ਲਿਖਿਓ ਧੁਰ ਮਾਥਾ। ਇਹ ਜਿਹੜੀ ਬੁੱਧੀ ਹੈ, ਆਤਮ ਵਿਸ਼ੈਣੀ ਬੁੱਧੀ, ਇਹ ਮੈਨੂੰ ਮਹਾਂਪੁਰਸ਼ਾਂ ਵੱਲੋਂ ਮਿਲੀ ਹੈ। ਕੰਨੋ, ਕੰਨੋ ਦਾ ਫਲਾਣੇ ਕੰਨਿਓ ਲਿਆਈ ਵੀ ਆਹ ਚੀਜ਼, ਇਧਰ ਲੋਕਲ ਇਲਾਕੇ 'ਚ ਬੋਲੀ ਜਾਂਦੀ। ਆਪਾਂ ਕਹਿੰਦੇ ਵੀ ਫਲਾਣੇ ਵੱਲੋਂ ਲਿਆਈ ਇਹ ਚੀਜ਼, ਉਹ ਕਹਿੰਦੇ ਫਲਾਣੇ ਕੰਨਿਓ, ਵੀ ਉਹਦੇ ਵੱਲੋਂ, ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਵੱਲੋਂ ਕਹਿੰਦੇ ਮੈਂ ਇਹ ਬੁੱਧੀ ਪ੍ਰਾਪਤ ਕੀਤੀ ਹੈ, ਆਤਮ ਵਿਸ਼ੈਣੀ ਬੁੱਧੀ। ਲੇਖ ਲਿਖਿਓ ਧੁਰ ਮੱਥ ਹੈ। ਏਦਾਂ ਹੀ ਨਹੀਂ ਮੈਨੂੰ ਮਹਾਂਪੁਰਸ਼ਾਂ ਸਾਧੂਆਂ ਦਾ ਸੰਗ ਮਿਲਿਆ। ਧੁਰ ਦਰਗਾਹ ਤੋਂ ਵਾਹਿਗੁਰੂ ਨੇ ਮੇਰੇ ਮੱਥੇ ਤੇ ਲੇਖ ਲਿਖੇ ਸੀ, ਤਾਂ ਸਤਿਪੁਰਸ਼ਾਂ ਦਾ, ਮਹਾਂਪੁਰਸ਼ਾਂ ਦਾ ਸੰਗ ਪ੍ਰਾਪਤ ਹੋਇਆ। ਮੇਰੇ ਕੋਈ ਪੂਰਬਲੇ ਜਨਮ ਦੇ ਚੰਗੇ ਕਰਮ ਹੋਣਗੇ, ਜਿਸ ਦਾ ਫਲ ਮੈਨੂੰ ਸਾਧੂਆਂ ਦੀ ਸੰਗਤ ਦੇ ਰੂਪ ਵਿੱਚ ਪ੍ਰਾਪਤ ਹੋਇਆ। ਇਹ ਬਿਦ ਨਾਨਕ ਹਰ ਨੈਣ ਅਲੋਏ। ਇਸ ਤਰੀਕੇ ਨਾਲ ਜਦੋਂ ਮਹਾਂਪੁਰਸ਼ਾਂ ਸਾਧੂਆਂ ਕੋਲੋਂ ਮੈਨੂੰ ਬੁੱਧੀ ਮਿਲੀ ਨਾ, ਤੇ ਮੇਰੇ ਮੱਥੇ ਤੇ ਧੁਰ ਦੇ ਲਿਖੇ ਹੋਏ ਲੇਖ ਜਾਗੇ, ਤਾਂ ਇਸ ਪ੍ਰਕਾਰ ਨਾਲ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਹਰੀ ਨੂੰ ਆਪਣੇ ਨੇਤਰਾਂ ਨਾਲ ਅਲੋਇਆ ਵੇਖਿਆ। ਤਾਂ ਵੇਖਿਆ ਹਰੀ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਨੂੰ। ਟੋਡੀ ਮਹੱਲਾ ਪੰਜਵਾ। ਗਰਭ ਗਹਿਲੜੋ ਮੂੜੜੋ ਹੀਓ ਰੇ। ਰਾਗ ਟੋਡੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਇਹ ਸ਼ਬਦ ਉਚਾਰਦੇ ਆ। ਹਰਿਆਣਵੀ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ। ਕੁਝ ਕੁ ਸ਼ਬਦ ਇਹਦੇ ਵਿੱਚ ਰਾਜਸਥਾਨੀ ਬੋਲੀ ਦੇ ਵੀ ਹਨ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਗਰਭ ਗਹਿਲੜੋ ਮੂੜੜੋ ਹੀਓ ਰੇ। ਇਹ ਜਿਹੜਾ ਮੂਰਖ ਹਿਰਦਾ ਹੈ, ਇਹ ਬਿਨਾਂ ਗੱਲ ਤੋਂ ਗਰਭ ਦੇ ਵਿੱਚ ਗਹਿਲੜੋ ਦਾ ਮਤਲਬ ਫੜਿਆ ਹੋਇਆ। ਗਹਿਣ ਦਾ ਮਤਲਬ ਹੁੰਦਾ ਪਕੜਿਆ ਹੋਣਾ। ਬੜੇ ਕਰੜੇ ਹੱਥਾਂ ਨਾਲ ਫੜਿਆ ਹੋਇਆ ਇਹ ਮੂਰਖ ਮਨ। ਕਾਹਦੇ ਵਿੱਚ? ਹੰਕਾਰ ਵਿੱਚ। ਹੰਕਾਰ ਨੇ ਸਾਡਾ ਮਨ ਬੱਧਾ ਹੋਇਆ। ਅਸੀਂ ਇਹੀ ਕਹਿੰਦੇ ਹਾਂ ਮੈਂ ਕੀਤਾ ਜੀ, ਇਹ ਮੇਰਾ ਸਰੀਰ ਹੈ, ਮੇਰੇ ਵੱਲੋਂ ਕੀਤਾ ਹੋਇਆ। ਹਰ ਜਗ੍ਹਾ ਦੇ ਉੱਤੇ ਤਾਂ ਸਾਡੀ ਮੈਂ ਹੀ ਕੰਮ ਕਰਦੀ ਹੈ ਨਾ। ਮੈਂ ਕੀਤਾ, ਮੈਂ ਕਰਦਾ ਹਾਂ।
ਤੇ ਫਿਰ ਇਸ ਮੈਂ ਨੇ, ਇਸ ਹੰਕਾਰ ਨੇ ਕਿੰਨਾ ਕਰੜੇ ਹੱਥ ਪਾ ਕੇ ਸਾਨੂੰ ਫੜਿਆ, ਸਾਡੇ ਮਨ ਨੂੰ। ਕਿਉਂਕਿ ਮੈਂ ਦੀ ਬਿਰਤੀ ਤਾਂ ਮਨ ਵਿੱਚ ਉਪਜਦੀ ਹੈ ਨਾ। ਉਹਨੂੰ ਕਹਿੰਦੇ ਕਰਤਾ। ਕਰਤਾ, ਕਿਰਿਆ ਤੇ ਕਰਮ, ਇਹ ਤ੍ਰਿਪਟੀ ਹੁੰਦੀ ਹੈ। ਕਰਤਾ, ਕਿਰਿਆ, ਮਨ ਨੇ ਸੋਚਿਆ ਮੈਂ ਹਾਂ। ਨੇਤਰਾਂ ਰਾਹੀਂ ਉਹ ਬਿਰਤੀ ਜਦੋਂ ਨਿਕਲ ਕੇ ਕਿਸੇ ਵਸਤੂ ਤੇ ਗਈ, ਉਹ ਕਿਰਿਆ ਹੈ। ਜਦੋਂ ਉਹਦੇ ਵਿੱਚ ਮਿਲ ਗਿਆ ਵੀ ਮੇਰਾ ਹੈ, ਉਦੋਂ ਫਿਰ ਉਹ ਕਰਤਾ ਬਣ ਗਿਆ। ਹੁਣ ਜਿਹੜਾ ਕਰਤਾ ਬਣੇਗਾ ਭੋਗੇਗਾ ਵੀ ਉਹੀ। ਆਖੋ ਸਤਿਨਾਮ ਸ੍ਰੀ। ਜਿਹੜਾ ਕਰਤਾ ਫਿਰ ਭੋਗੇਗਾ ਵੀ ਉਹੀ ਨਾ। ਜਦੋਂ ਕਰਤਾ ਬਣੇ ਹੀ ਨਾ ਤੇ ਫਿਰ ਭੋਗਣਾ ਵੀ ਨਹੀਂ ਪਏਗਾ, ਫਿਰ ਮੁਕਤ ਹੋ ਜਾਏਗਾ। ਇਸ ਕਰਕੇ ਹਉ ਵਿੱਚ ਆਇਆ ਹਉ ਵਿੱਚ ਗਿਆ ਵਾਲੀ ਖੇਡ ਹੈ ਵੀ ਜਦੋਂ ਤੱਕ ਉਹ ਹਉ ਨਹੀਂ ਨਾ ਜਾਂਦੀ ਹਿਰਦੇ ਚ, ਉਦੋਂ ਤੱਕ ਆਵਣਾ ਜਾਵਣਾ ਨਹੀਂ ਮਿਟਦਾ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਵੀ ਮੂਰਖ ਹੀਰਦਾ ਜਿਹੜਾ ਹੈ, ਇਹ ਗਰਭ ਗਹਿਲੜੋ, ਇਹ ਹੰਕਾਰ ਦੇ ਵਿੱਚ ਪਕੜਿਆ ਹੋਇਆ ਹੈ। ਹਿਓ ਮਹਾਰਾਜ ਰੀਮਾਇਓ। ਇਹ ਮਹਾਰਾਜ ਰੀ, ਇਹ ਮਹਾਰਾਜ ਜੀ, ਮੇਰਾ ਜਿਹੜਾ ਇਹ ਹੀਓ ਹੈ, ਇਹ ਜਿਹੜਾ ਮੇਰਾ ਹਿਰਦਾ ਹੈ, ਇਹਨੂੰ ਮਾਇਆ ਨੇ, ਇੱਥੇ ਤੱਕ ਵਿਸ਼ਰਾਮ ਲੱਗਦਾ, ਮਾਇਆ ਨੇ। ਫਿਰ ਅਰਥ ਅਗਲੀ ਪੰਕਤੀ ਨਾਲ ਸਪਸ਼ਟ ਹੁੰਦਾ। ਕੀ ਕੀਤਾ ਹੋਇਆ ਮਾਇਆ ਨੇ ਭਲਾ ਇਸ ਹਿਰਦੇ ਨੂੰ? ਮਹਾਰਾਜ ਜੀ ਹਾਂਜੀ। ਡੀਹਰ ਨਿਆਈ ਮੋਹਿ ਫਾਕਿਓ ਰੇ। ਡੀਹਰ ਨਿਆਈ ਮੋਹਿ ਫਾਕਿਓ ਰੇ। ਡੀਹਰ ਡੈਣ ਨੂੰ ਕਹਿੰਦੇ ਹੈ। ਮਹਾਰਾਜ ਇਹ ਜਿਹੜੀ ਮਾਇਆ ਜਿਹੜੀ ਹੈ ਨਾ, ਇਹ ਡੈਣ ਵਾਂਗੂ ਹੈ। ਕਿਉਂਕਿ ਪਹਿਲੀ ਪੰਕਤੀ ਵਿੱਚ ਮਾਇਓ ਸ਼ਬਦ ਆ ਗਿਆ ਨਾ, ਮਾਇਓ ਡੀਹਰ ਨਿਆਈ। ਮਹਾਰਾਜ ਇਹ ਮਾਇਆ ਡੈਣ ਦੇ ਸਮਾਨ ਹੈ, ਨਿਆਈ ਮਤਲਬ ਉਹਦੇ ਸਮਾਨ ਹੈ। ਮੋਹਿ ਫਾਕਿਓ ਰੇ, ਫਾਕਿਓ ਮਤਲਬ ਇਹਨੇ ਫੜਿਆ ਹੋਇਆ ਮਹਾਰਾਜ ਮੈਨੂੰ, ਬੜੇ ਕਰੜੇ ਹੱਥਾਂ ਨਾਲ ਮਹਾਰਾਜ ਜੀ ਫੜਿਆ ਹੋਇਆ ਮੇਰੇ ਹਿਰਦੇ ਨੂੰ। ਹਿਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹਿ ਫਾਕਿਓ ਰੇ। ਫਿਰ ਡੀਹਰ ਦਾ ਅਰਥ ਜਿੱਥੇ ਮਾਇਆ, ਡੀਹਰ ਦਾ ਅਰਥ ਜਿੱਥੇ ਮਾਇਆ ਰੂਪੀ ਡੈਣ ਕੀਤਾ, ਉੱਥੇ ਮਹਾਂਪੁਰਸ਼ਾਂ ਨੇ ਡੀਹਰ ਨਿਆਈ ਮੱਛੀ ਦੇ ਸਮਾਨ। ਜਿਵੇਂ ਮੱਛੀ ਨਹੀਂ ਫੜੀ ਹੁੰਦੀ ਕੁੰਡੀ 'ਚ ਪਾ ਕੇ, ਕਹਿੰਦੇ ਹੇ ਵਾਹਿਗੁਰੂ ਮੇਰੇ ਹਿਰਦੇ ਨੂੰ ਇਸ ਮਾਇਆ ਨੇ ਜਿਵੇਂ ਮੱਛੀ ਨਹੀਂ ਫੜੀ ਹੁੰਦੀ ਕੁੰਡੀ 'ਚ ਪਾ ਕੇ, ਏਦਾਂ ਮੇਰੇ ਮਨ ਨੂੰ ਫੜਿਆ ਹੋਇਆ। ਬੜਾ ਔਖਾ ਮਹਾਰਾਜ ਇਹਦੇ ਤੋਂ ਛੁੱਟਣਾ, ਬੜਾ ਦੁਖਦਾਈ ਹੈ। ਹੁਣ ਮੱਛੀ ਜਦੋਂ ਫੜੀ ਹੁੰਦੀ ਆ ਕੁੰਡੀ 'ਚ ਪਾ ਕੇ, ਕਿੰਨੀ ਤਕਲੀਫ 'ਚ ਹੁੰਦੀ ਆ ਉਹ। ਪਾਣੀ ਤੋਂ ਬਿਨਾਂ ਕੋਈ ਉਹਦਾ ਜੀਵਨ ਹੈ, ਤੜਫਦੀ ਹੈ। ਮਹਾਰਾਜ ਜਿਵੇਂ ਮੱਛੀ ਨਹੀਂ ਫੜੀ ਹੁੰਦੀ ਕੁੰਡੀ 'ਚ ਪਾ ਕੇ ਫਸਾਈ ਹੁੰਦੀ ਹੈ, ਏਦਾਂ ਮਹਾਰਾਜ ਜੀ ਇਸ ਮਾਇਆ ਨੇ ਮੇਰੇ ਹਿਰਦੇ ਨੂੰ ਆਪਣੇ ਵਿੱਚ ਗਰਸਿਆ ਹੋਇਆ ਹੈ। ਮੱਛੀ ਦੇ ਸਮਾਨ ਮੇਰੇ ਹਿਰਦੇ ਨੂੰ ਪਕੜਿਆ ਹੋਇਆ ਹੈ। ਰਹਾਉ ਕਣੋ 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 ਸਦ ਲੋੜਾ, ਬਿਨ ਲਹਿਣੇ ਕਠੈ ਪਾਇਓ ਰੇ। ਫਿਰ ਹਿਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹਿ ਫਾਕਿਓ ਰੇ। ਏਦਾਂ ਵੀ ਅਰਥ ਕਰਦੇ ਆ ਮਹਾਂਪੁਰਸ਼ ਵੀ ਇਹਦਾ ਜਿਹੜਾ ਮਾਇਆ ਦਾ ਮੋਹ ਹੈ ਉਹ ਡੈਣ ਦੇ ਸਮਾਨ ਹੈ। ਤੇ ਮਹਾਰਾਜ ਜਿਵੇਂ ਡੈਣ ਨਹੀਂ ਫੱਕ ਜਾਂਦੀ ਸਾਰਾ ਕੁਝ, ਮਹਾਰਾਜ ਇਹ ਮਾਇਆ ਵੀ ਮੈਨੂੰ ਫੱਕ ਗਈ। ਫਾਕਿਓ ਦਾ ਮਤਲਬ ਮੈਨੂੰ ਫੱਕ ਗਈ ਹੈ, ਖਾ ਗਈ ਹੈ ਮਹਾਰਾਜ ਮੈਨੂੰ। ਇਹਦਾ ਜਿਹੜਾ ਮੋਹ ਹੈ ਉਹ ਮੈਨੂੰ ਖਾ ਗਿਆ, ਮੈਨੂੰ ਭੱਖ ਗਿਆ। ਮੇਰੇ ਅੰਦਰ ਕੋਈ ਚੱਜ ਦਾ ਗੁਣ ਨਹੀਂ ਰਹਿਣ ਦਿੱਤਾ ਇਹਨੇ। ਸਾਰੇ ਸ਼ੁਭ ਗੁਣ ਮੇਰੇ ਹਿਰਦੇ ਚੋਂ ਇਹਨੇ ਖਤਮ ਕਰ ਦਿੱਤੇ ਆ। ਫਿਰ ਕਹਿੰਦੇ ਅੱਗੇ ਘਣੋ 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 ਸਦ ਲੋੜ ਹੈ। ਹਮੇਸ਼ਾ ਮਨ ਇਹੀ ਚਾਹੁੰਦਾ ਹੋਰ ਮਿਲ ਜਾਏ, ਹੋਰ ਮਿਲ ਜਾਏ। ਇਹ ਰੱਜਦਾ ਥੋੜੀ ਹੈ ਮਾਇਆ ਤੋਂ। ਆ ਵੱਡੇ ਵੱਡੇ ਲੋਕ ਅਰਬਾਂ ਖਰਬਾਂ ਪਤੀ ਕਿਤੇ ਰੱਜ ਗਏ ਨੇ। ਉਹਨਾਂ ਦੀ ਹੋੜ ਆ ਵੀ ਪਹਿਲੇ ਨੰਬਰ ਤੇ ਆਈਏ, ਉਹਦੇ ਵਾਸਤੇ ਕਿਸਾਨਾਂ ਦਾ ਗਲ ਘੋਟਣ ਲੱਗੇ ਹੋਏ ਨੇ। ਰੱਜਦੇ ਤਾਂ ਨਹੀਂ, ਹੋਰ ਚਾਹੀਦਾ, ਹੋਰ ਚਾਹੀਦਾ। ਘਣੋ 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 ਸਦ ਲੋੜਾ, ਹੋਰ ਸਦਾ ਹੀ ਚਾਹੁੰਦਾ ਵੀ ਇਹ ਵੀ ਮਿਲ ਜਾਏ, ਇਹ ਵੀ ਮਿਲ ਜਾਏ, ਹੋਰ ਮਿਲ ਜਾਏ। ਬਿਨ ਲੈਣੇ ਕੈਠਾ ਪਾਇਓ ਰੇ। ਪਰ ਇੱਕ ਗੱਲ ਚੇਤੇ ਰੱਖਿਓ, ਜਦੋਂ ਤੱਕ ਲੈਣੇ ਦਾ ਮਤਲਬ ਹੁੰਦਾ ਪਰਾ ਲਫ਼ਜ਼ ਵਿੱਚ ਜੇ ਲਿਖਿਆ ਹੀ ਨਹੀਂ ਤੇ ਕਿਵੇਂ ਮਿਲੇਗਾ।
ਜਿੰਨਾ ਕੁ ਪਰਾ ਲਬਦ ਵਿੱਚ ਲਿਖਿਆ ਓਨਾ ਮਿਲਣਾ, ਉਹਦੇ ਤੋਂ ਬਿਨਾਂ ਇਕੱਠੇ ਪਾਏ ਉਰੇ ਕਿੱਥੋਂ ਜਾ ਕੇ ਪਾਏਗਾ ਵੀ ਜੇ ਤੇਰੇ ਭਾਗਾਂ 'ਚ ਨਹੀਂ ਲਿਖਿਆ। ਬੰਦਾ ਜਿੰਨਾ ਮਰਜ਼ੀ ਭੱਜ ਲੈ, ਚਾਹੁੰਦੇ ਆਪਾਂ ਸਾਰੇ ਆ ਵੀ ਹੋਰ ਹੋਵੇ ਹੋਰ ਹੋਵੇ, ਪਰ ਮਿਲਣੀ ਤਾਂ ਉਨੀ ਆ ਨਾ ਜਿੰਨੀ ਸਾਡੇ ਭਾਗਾਂ 'ਚ ਵਾਹਿਗੁਰੂ ਨੇ ਪਰਾ ਲਬਦ ਮੁਤਾਬਕ ਲਿਖੀ ਹੈ। ਪਰਾ ਲਬਦ ਇੱਕ ਇਹੋ ਜਿਹਾ ਘੜਾ ਹੈ ਸਾਡੇ ਕਰਮਾਂ ਦਾ, ਇਹਦੇ 'ਚ ਓਨਾ ਕੀ ਪਾਣੀ ਆਉਣਾ ਜਿੰਨਾ ਕਿ ਇਹਦਾ ਆਕਾਰ ਬਣਿਆ ਹੋਇਆ, ਚਾਹੇ ਖੂਹ 'ਚੋਂ ਭਰੋ ਤੇ ਚਾਹੇ ਸਮੁੰਦਰ 'ਚੋਂ ਭਰੋ। ਐਸਾ ਨਹੀਂ ਸਮੁੰਦਰ 'ਚ ਭਰ ਕੇ ਵੱਧ ਆ ਜਾਣਾ ਤੇ ਖੂਹ 'ਚ ਭਰ ਕੇ ਘੱਟ ਆ ਜਾਣਾ, ਇਹ ਪਰਾ ਲਬਦ ਦਾ ਘੜਾ ਹੈ। ਇਸ ਕਰਕੇ ਭਾਈ ਜਿੰਨਾ ਮਰਜ਼ੀ ਬੰਦਾ ਭੱਜਿਆ ਫਿਰੇ, ਪਰ ਮਿਲਣੀ ਭਾਗਾਂ ਦਾ ਕਰਕੇ ਹੀ ਪ੍ਰਾਪਤ ਹੋਣਾ, ਉਹਦੇ ਤੋਂ ਬਿਨਾਂ ਕੈਠਾ ਪਾਏ ਉਰੇ ਭਾਈ ਕਿੱਥੋਂ ਪ੍ਰਾਪਤ ਕਰੇਗਾ। ਮਹਾਰਾਜ ਰੋ ਗਾਥ ਵਾਹੂ ਸਿਉ ਲੁਬੜਿਓ ਨਿਭਾਗੜੋ ਭਾਏ ਸੰਜੋਇਓ ਰੇ। ਮਹਾਰਾਜ ਰੋ ਗਾਥ ਦਾ ਮਤਲਬ ਹੁੰਦਾ ਆ ਸਰੀਰ। ਹੇ ਮਹਾਰਾਜ, ਆ ਜਿਹੜਾ ਸਰੀਰ ਤੁਸਾਂ ਨੇ ਸਾਨੂੰ ਦਿੱਤਾ ਹੋਇਆ, ਵਾਹੂ ਸਿਉ ਲੁਬੜਿਓ, ਇਹਦੇ ਨਾਲ ਹੀ ਮੇਰਾ ਮਨ ਲੋਭੀ ਹੋਇਆ ਫਿਰਦਾ, ਸਰੀਰ ਨਾਲ ਹੀ। ਤਨ ਮਹਾਰਾਜ ਜੀ ਉਚਾਰਨ ਕਰ ਰਹੇ, ਮਹਾਰਾਜ ਜੀ ਆ ਜਿਹੜਾ ਗਾਥ ਸਰੀਰ ਹੈ, ਇਹ ਗਾਥ ਨਾਮ ਸਰੀਰ ਦਾ ਹੈ, ਇਹਦੇ ਨਾਲ ਹੀ ਮੇਰਾ ਮਨ ਲੁਬੜਿਆ ਹੋਇਆ, ਯਾਨੀ ਕਿ ਲੋਭੀ ਹੋ ਰਿਹਾ, ਇਹਦੇ ਨਾਲ ਹੀ ਜੁੜਿਆ ਹੋਇਆ। ਨਿਭਾਗੜੋ ਭਾਏ ਸੰਜੋਇਓ ਰੇ। ਨਿਭਾਗਾ ਆ ਮਾੜੇ ਕਰਮਾਂ ਵਾਲਾ ਜੀਵ ਜਿਹੜਾ ਇਸ ਸਰੀਰ ਨਾਲ ਹੀ ਜੁੜਿਆ ਹੋਇਆ, ਇਹਨੂੰ ਮਹਾਰਾਜ ਜੀ ਅੱਗ ਜਿਹੜੀ ਤ੍ਰਿਸ਼ਨਾ ਦੀ ਆ ਉਹ ਸਾੜ ਰਹੀ ਆ, ਉਹਦੇ 'ਚ ਲੱਗਾ ਹੋਇਆ। ਭਾਏ ਨਾਮ ਅੱਗ ਦਾ ਹੈ, ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਸੰਜੋਇਆ ਹੋਇਆ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਸੜ ਰਿਹਾ ਹੈ। ਸੁਨ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਚਿਤ ਮਿਟਿਓ ਰੇ। ਸੁਨ ਮਨ ਸੀਖ ਸਾਧੂ ਜਨ, ਹੇ ਮੇਰਿਆ ਮਨਾ, ਸਾਧੂ ਜਨਾਂ ਦੇ ਕੋਲੋਂ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਸੁਣ, ਜਿਹੜੀ ਉਹ ਸਿੱਖਿਆ ਦਿੰਦੇ ਆ, ਜਿਹੜੇ ਰੱਬ ਦੇ ਪਿਆਰੇ ਸਿੱਖਿਆ ਦਿੰਦੇ ਆ, ਉਹ ਸਿੱਖਿਆ ਸੁਣੋ। ਰੀਸ ਨਾ ਕਰੋ ਨਾ ਸਾਧੂਆਂ ਦੀ, ਉਹਨਾਂ ਦੀ ਸਿੱਖਿਆ ਸੁਣੋ ਵੀ ਉਹ ਸਿੱਖਿਆ ਕੀ ਦਿੰਦੇ ਆ। ਜਦੋਂ ਰੀਸ ਕਰੋਗੇ ਖੁਆਰ ਹੋਵੋਗੇ, ਜਦੋਂ ਸਿੱਖਿਆ ਸੁਣੋਗੇ ਪਾਰ ਉਤਾਰਾ ਹੋਵੇਗਾ। ਇਸ ਕਰਕੇ ਭਾਈ ਮਹਾਂਪੁਰਸ਼ਾਂ ਸਾਧੂਆਂ ਦੀ ਸਿੱਖਿਆ ਹੈ ਮੇਰਿਆ ਮਨਾ ਸੁਣ, ਤੇ ਫਿਰ ਕੀ ਹੋਵੇਗਾ। ਸਗਲੋ ਜਿੰਨੇ ਵੀ ਨੇ ਥਾਰੇ ਸਗਲੇ ਪਰਾਚਿਤ ਮਿਟਿਓ ਰੇ। ਜਿੰਨੇ ਵੀ ਤੇਰੇ ਕੀਤੇ ਹੋਏ ਜਨਮ ਜਨਮਾਂਤਰਾਂ ਦੇ ਪਾਪ ਨੇ ਉਹ ਮਿਟ ਜਾਣਗੇ, ਸਾਰੇ ਪਾਪਾਂ ਦੀ ਤੇਰੀ ਨਿਰਵਿਰਤੀ ਹੋ ਜਾਏਗੀ। ਜਾਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਹਾਂ, ਜਾਕੋ ਲਹਿਣੋ ਮਹਾਰਾਜ ਰੀ ਗਾਠੜਿਓ। ਗਾਠੜਿਓ ਦਾ ਮਤਲਬ ਹੁੰਦਾ ਗੰਢ, ਗਠੜੀ। ਕਹਿੰਦੇ ਮਹਾਰਾਜ ਜੀ ਜਿਨ੍ਹਾਂ ਨੂੰ ਤੁਹਾਡੀ ਗੰਢੜੀ ਚੋਂ, ਤੁਹਾਡੀ ਗਠੜੀ ਚੋਂ ਗਿਆਨ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਦੀ ਗੰਢ ਦੇ ਵਿੱਚ ਤਾਂ ਗਿਆਨ ਹੀ ਹੈ ਨਾ, ਉਹਦੇ ਕੋਲ ਗਿਆਨ ਦੀ ਗੰਢ ਹੈ, ਉਹਦੇ ਕੋਲ ਗਿਆਨ ਦੀ ਗਠੜੀ ਹੈ। ਤੇ ਵਾਹਿਗੁਰੂ ਜੀ ਤੁਹਾਡੇ ਗਿਆਨ ਦੀ ਗੰਢ ਦੇ ਵਿੱਚੋਂ ਮਹਾਰਾਜ ਜੀ ਜਿਨ੍ਹਾਂ ਨੂੰ ਲਹਿਣੋ ਦਾ ਮਤਲਬ ਪ੍ਰਾਪਤ ਹੋਇਆ। ਜਦੋਂ ਗੁਰੂ ਅੰਗਦ ਦੇਵ ਸਾਹਿਬ ਆਏ ਨਾ ਗੁਰੂ ਨਾਨਕ ਸਾਹਿਬ ਕੋਲ, ਤੇ ਮਹਾਰਾਜ ਜੀ ਨੇ ਪੁੱਛਿਆ ਪੁਰਖਾ ਕੀ ਨਾਂ ਹੈ। ਕਹਿੰਦੇ ਜੀ ਲੈਣਾ। ਮਹਾਰਾਜ ਜੀ ਕਹਿੰਦੇ ਤੂੰ ਲੈਣਾ ਤੇ ਅਸੀਂ ਦੇਣਾ। ਲੈਣੋ ਦਾ ਮਤਲਬ ਹੁੰਦਾ ਪ੍ਰਾਪਤ ਕਰਨਾ। ਇੱਥੇ ਵੀ ਸ਼ਬਦ ਵਰਤ ਰਹੇ ਨੇ ਲਹਿਣੋ। ਕਹਿੰਦੇ ਜਿਨ੍ਹਾਂ ਨੇ ਲਿਆ ਹੈ ਮਹਾਰਾਜ ਤੁਹਾਡੇ ਗੰਢੜੀ ਵਿੱਚੋਂ, ਤੁਹਾਡੀ ਗਠੜੀ ਚੋਂ ਗਿਆਨ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਲੈ ਲਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗਰਭਾਸ ਨਾ ਪੌੜਿਓ ਰੇ। ਉਹ ਮੁੜ ਕੇ ਗਰਭ ਜੂਨੀਆਂ ਵਿੱਚ ਨਹੀਂ ਆਉਂਦੇ। ਉਹਨਾਂ ਨੂੰ ਗਰਭ ਜੂਨੀਆਂ ਵਿੱਚ, ਗਰਭਾਸ਼ਿਆਂ ਵਿੱਚ ਨਹੀਂ ਆਉਣਾ ਪੈਂਦਾ। ਮਹਾਰਾਜ ਜਿਨ੍ਹਾਂ ਨੇ ਤੁਹਾਡੇ ਪੱਲਿਓਂ ਗਿਆਨ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚੋਂ ਇਹ ਗਿਆਨ ਸਾਨੂੰ ਪ੍ਰਾਪਤ ਹੋਵੇ, ਤਾਂ ਜੋ ਗਰਭਾਸ ਜੂਨੀਆਂ ਤੋਂ ਸਾਡੀ ਬੰਦ ਖਲਾਸੀ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ,
ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ तुम मात पिता हम बारक तेरे, तुमरी कृपा में कोई न जाने तुमरा सगल समगरी तुमरा सुतर तारी, तुम ते हो सो तुमरी गात में तुम ही जानी, नानक दास तुमरी गात में तुम ही जानी, नानक सदा कुर्बानी। बोलो जीव एक ओंकार। वाहिगुरु जी की फतेह। श्री भगवती जी सहाय। वार श्री भगवती जी की पातशाही 10वीं। प्रथम भगवती सिमर का गुरु नानक लई ध्याई, फिर अंगद गुर ते अमरदास रामदास हुई सहाय। अर्जन हर गोबिंद नौ सिमरो श्री हर राय। श्री हर कृष्ण ध्याईया, जिस डिठे सब दुख जाए। तीक बहादुर सिमरिया घर, नौ निदावै धाई। सब थाई हुई सहाय। 10वें पातशाह श्री गुरु गोबिंद सिंह साहिब जी, सब थाई हुई सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान धर के बोला जी। पंजा प्यारिया चौहां साहिबजादियां, 40 मुक्तियां हठियां जपियां तपियां। जिन्हां नाम जपिया वंड छकिया, देग चलाई तेग वाही। देख के अंडिट कीता तिना प्यारियां सचियारियां दी कमाई दा ध्यान धर के खालसा जी बोला जी। जिन्ना ਸਿੰਘਾਂ ਸਿੰਘਣੀਆਂ ने धर्म हेत ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਛਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਏ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਾ ਜੀ। प्रथमे सरबत खालसा जी की अरदास है जी। सरबत खालसे जी का वाहिगुरु वाहिगुरु
ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੇ ਪਾਜ ਪੰਥ ਕੇ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ। ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ। ਟਲ ਧਰਮ ਕਾ ਜੈਕਾਰ ਬੋਲਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੇ, ਮਤ ਪਤ ਦਾ ਰਾਖਾ। ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ। ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀਓ ਮਹਾਰਾਜ ਆਪ ਜੀਓ ਕੇ ਪਾਵਨ ਪਵਿੱਤਰ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਓ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਸਜੇ ਦੀਵਾਨਾ ਅੰਦਰ ਪਾਵਨ ਆਸਾ ਕੀ ਵਾਰ ਕੀਰਤਨ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀਓ ਕਿਆ ਗਾਇਨ ਹੋਈਆਂ। ਸ਼ਹਿਨਸ਼ਾਹ ਜੀਓ ਆਏ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਜੀ ਦੀ ਕਥਾ ਲੜੀਵਾਰ ਸ਼ਬਦ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀਓ ਕੇ ਪਾਵਨ ਪਵਿੱਤਰ ਸਥਾਨਾਂ ਤੇ ਹੋਈ। ਗੁਰਦੇਵ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਆਪ ਜੀਓ ਕੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਰਹਿਮਤਾਂ ਕਰਨੀਆਂ। ਸ਼ਹਿਨਸ਼ਾਹ ਜੀ ਦਰ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਚੱਲਿਆ ਕਦਮ ਕਦਮ ਲੇਖੇ ਲਾਉਣਾ। ਘਰਾਂ ਅੰਦਰ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਨਾਮ ਦੀਆਂ ਦਾਤਾਂ ਦੇ ਕੇ ਨਵਾਜਣਾ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਓ ਕੇ ਪਾਵਨ ਖਜ਼ਾਨਿਆਂ ਵੱਲੋਂ ਤਥਾ ਆਪ ਜੀ ਕੀ ਸੰਗਤਾਂ ਵੱਲੋਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਾਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਤੇ ਰਸਨੀ ਲਾਇਕ ਹੋਵੇ। ਸਤਿਗੁਰੂ ਜੀਓ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੁਹਰਾ ਗਿਆ ਭਈ ਅਕਾਲ ਕੀ। ਸਭ ਸਿੱਖਣ ਕਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ। ਜੋ ਪ੍ਰਭ ਕੋ ਮਿਲਬੂ ਚਾਹੈ ਰਾਜ ਕਰੇਗਾ ਖਾਲਸਾ। खुआर हुए सब मिलेंगे। खुआर हुए सब मिलेंगे। बोले सो निहाल। वाहिगुरु जी का खालसा वाहिगुरु जी। सतनाम श्री वाहिगुरु साहिब जी। जेता समुंद सागर नीर भरिया
तेते अवगण हमारे। दया करो किछ मेहर उपावो, डुबदे पत्थर तारे। झीड़ा अगन बराबर तपै, भीतर वगै काती। प्रणवत नानक हुक्म पछाणै, सुख होवै दिन राती। सो कहो टल गुर सेविय, अहनस सहज। दर्शन परसै गुरु कै, जन्म मरण होवै सिफत कसमंदि। नूर अरसह कुरसह, तुद डिठे सच्चे पातशाह मल। सजन सच्चा पातशाह, जिस पास बैठिया सोहीए सबना दा। सतनाम श्री वाहिगुरु साहिब जी। बिलावल महला पहला। आपे शब्द आपे निशान, आपे सुरता आपे जान। आपे शब्द आपे निशान, आपे सुरता आपे जान। आपे कर कर वेखै ताण, तू दाता नाम परवान। ऐसा नाम निरंजन देओ, हौ जाचक तू अलख अभेओ रहाओ। माया मोह धरकटी नार, भूंडी कामण कामणयार। राज रूप झूठा दिन चार, नाम मिलै चानण अंधियार। चक छोड़ी सहसा नहीं कोए, बाप दिसै वे जात न होए। एके को नाही भौ कोए, करता करे करावै सोए। शब्द मूए मन मन ते मारिया, ठाक रहे मन साचै धारिया। अवर न सूझै गुर को वारिया, नानक नाम रत्ते निस्तारिया। अवर न सूझै गुर को वारिया, नानक नाम रत्ते निस्तारिया। वाहिगुरु जी का खालसा, वाहिगुरु जी की फतेह।